ਸੀਸ ਬਖਸ਼ੋ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਦੇ ਅੰਦਰ ਸਤਿਗੁਰੂ ਜੀ ਨੇ ਬੜਾ ਨਵਿਕਲਾ ਕਨਸੈਪਟ ਸਾਨੂੰ ਬਖਸ਼ਿਸ਼ ਕੀਤਾ ਹੈ, ਕਿਉਂਕਿ ਸਾਧ ਸੰਗਤ ਪਾਤਸ਼ਾਹ ਨੇ ਸਾਨੂੰ ਗ੍ਰਸਤੀਆਂ ਨੂੰ ਧਰਮੀ ਬਣਾਇਆ ਹੈ। ਕਦੇ ਹਿੰਦੁਸਤਾਨ ਦੀ ਧਰਤੀ ਉੱਤੇ ਗ੍ਰਸਤੀ ਹੋਣਾ ਧਾਰਮਿਕ ਲੋਕ ਪਾਪ ਕਹਿੰਦੇ ਸਨ, ਔਰ ਧਾਰਮਿਕ ਲੋਕਾਂ ਦਾ ਇੱਕ ਕਥਨ ਸੀ ਕਿ ਗ੍ਰਸਤੀ ਬੰਦਾ ਮੁਕਤ ਨਹੀਂ ਹੋ ਸਕਦਾ। ਕਿਉਂ? ਉਹਨੂੰ ਪੁੱਤਰ ਧੀਆਂ, ਸੰਸਾਰ, ਕਾਰੋਬਾਰ, ਚਿੰਤਾ, ਪਰੇਸ਼ਾਨੀ, ਕਾਮ, ਕ੍ਰੋਧ, ਲੋਭ, ਹੰਕਾਰ, ਈਰਖਾ, ਦਵੈਸ਼, ਬੈਰ, ਵਿਰੋਧ, ਇਹ ਸਭ ਕੁਝ ਸਮਾਜ ਵਿੱਚ ਸਾਹਮਣਾ ਕਰਨਾ ਪੈਂਦਾ। ਗ੍ਰਸਤੀ ਬੰਦੇ ਨੂੰ ਉੱਠਦਿਆਂ ਸਾਰ ਪਰਿਵਾਰ ਦੀ ਰੋਟੀ ਦੀ ਚਿੰਤਾ ਹੈ, ਬੱਚਿਆਂ ਦੀ ਫੀਸਾਂ ਦੀ ਚਿੰਤਾ ਹੈ, ਕਾਰੋਬਾਰ ਦੀ ਚਿੰਤਾ ਹੈ, ਕੁਝ ਦੇਣ ਲੈਣ, ਸੰਸਾਰ ਦੇ ਦੁੱਖ ਸੁੱਖ, ਹਰ ਸੋਗ ਦੀ ਚਿੰਤਾ ਹੈ। ਸੋ ਧਾਰਮਿਕ ਲੋਕਾਂ ਦਾ ਮੰਨਣਾ ਸੀ ਕਿ ਗ੍ਰਸਤੀ ਬੰਦਾ ਧਰਮੀ ਨਹੀਂ ਹੋ ਸਕਦਾ, ਗ੍ਰਸਤੀ ਬੰਦਾ ਰੱਬ ਨੂੰ ਨਹੀਂ ਮਿਲ ਸਕਦਾ। ਸਾਧ ਸੰਗਤ ਤੁਸੀਂ ਰੋਜ਼ ਕਥਾ ਸੁਣਦੇ ਰਹਿੰਦੇ ਹੋ, 10 ਪਾਤਸ਼ਾਹੀਆਂ ਦੇ ਸਰੀਰਕ ਜਾਮੇ ਵਿੱਚ 9 ਪਾਤਸ਼ਾਹੀਆਂ ਗ੍ਰਸਤੀ ਹੋਏ ਨੇ। ਇੱਕ ਸਿਰਫ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੀ ਉਮਰ ਛੋਟੀ ਕਰਕੇ 8ਵੇਂ ਪਾਤਸ਼ਾਹ ਤੋਂ ਇਲਾਵਾ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ 10ਵੇਂ ਪਿਤਾ ਤੱਕ 9 ਪਾਤਸ਼ਾਹੀਆਂ ਗ੍ਰਸਤੀ ਹੋਏ, ਪਰਿਵਾਰ ਪੁੱਤਰ ਧੀਆਂ ਵਾਲੇ ਹੋਏ, ਔਰ ਸੰਸਾਰ ਦੇ ਦੁੱਖਾਂ, ਸੰਸਾਰ ਦੇ ਪਰਿਵਾਰ ਦੇ ਕੰਮਾਂ ਵਿੱਚ ਰਹਿੰਦਿਆਂ ਸਾਨੂੰ ਸਿਖਾਇਆ ਭਾਈ ਇਸ ਤਰ੍ਹਾਂ ਪਰਿਵਾਰ ਵਿੱਚ ਰਹਿੰਦਿਆਂ ਵੀ ਨਿਰੰਕਾਰ ਮਿਲ ਜਾਂਦਾ, ਪਰ ਉਹਦਾ ਵੀ ਕੁਝ ਨਿਯਮ ਹੈ। ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਭਾਗ। ਕਿਸੇ ਵੀ ਮੰਜ਼ਿਲ ਤੇ ਪਹੁੰਚਣ ਵਾਸਤੇ ਉਹਦਾ ਨਿਯਮ ਫੋਲੋ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਘਰ ਤੋਂ ਇੱਥੋਂ ਤੱਕ ਆਏ ਹੋ, ਸਾਧ ਸੰਗਤ ਇੱਕ ਨਿਯਮ ਹਰ ਬੰਦੇ ਨੇ ਫੋਲੋ ਕੀਤਾ ਹੈ। ਉਹ ਕੀ ਸੀ? ਘਰ ਤੋਂ ਚੱਲਣ ਲੱਗਿਆਂ ਪਹਿਲਾਂ ਆਪਣਾ ਰਸਤਾ ਖੱਬੇ ਹੱਥ ਵੇਖਿਆ ਕਿ ਮੈਂ ਲੈਫਟ ਸਾਈਡ ਚੱਲਣਾ। ਐਂ ਤਾਂ ਕੋਈ ਬੰਦਾ ਵੀ ਨਹੀਂ ਕਰਦਾ ਕਿ ਉਹ ਕਵੇ ਜੀ ਸੜਕ ਤਾਂ ਸਰਕਾਰੀ ਹੈ, ਮੇਰੀ ਮਰਜ਼ੀ, ਮੈਂ ਗੱਡੀ ਗੱਭੇ ਚਲਾਵਾਂ, ਮੇਰੀ ਮਰਜ਼ੀ ਹੈ, ਅਸੀਂ ਵੀ ਟੈਕਸ ਦਈਦਾ, ਮੈਂ ਭਾਵੇਂ ਸੱਜੇ ਹੱਥ ਮੋਟਰਸਾਈਕਲ ਬਾਈਕ ਚਲਾਵਾਂ। ਇਸ ਤਰ੍ਹਾਂ ਦੇ ਮਨੁੱਖ ਸਾਧ ਸੰਗਤ ਨਾ ਖੁਦ ਮੰਜ਼ਿਲ ਤੇ ਪਹੁੰਚਦੇ ਨੇ, ਸਗੋਂ ਦੂਜਿਆਂ ਦੀ ਵੀ ਰੁਕਾਵਟ ਪੈਦਾ ਕਰਦੇ ਨੇ, ਔਰ ਮੰਜ਼ਿਲ ਤੇ ਪਹੁੰਚਣ ਵਾਸਤੇ ਕਿਸੇ ਵੀ ਦੁਨਿਆਵੀ ਮੁਕਾਮ ਤੇ ਪਹੁੰਚਣਾ ਮੰਜ਼ਿਲ ਤੇ ਤੁਸੀਂ ਆਪਣੇ ਡੈਸਟੀਨੇਸ਼ਨ ਤੇ ਸਹੀ ਸਲਾਮਤ ਤਾਂ ਪਹੁੰਚੋਗੇ ਜੇ ਉਹ ਰਸਤੇ ਦਾ ਨਿਯਮ ਫੋਲੋ ਕਰੋਗੇ। ਹਾਲਾਂਕਿ ਇਹ ਸੰਸਾਰ ਦਾ ਰਸਤਾ ਹੈ। ਜਦੋਂ ਪਾਤਸ਼ਾਹ ਨੇ ਕਿਹਾ ਸੰਸਾਰ ਤੋਂ ਨਿਰੰਕਾਰ ਤੱਕ ਦਾ ਰਸਤਾ ਤੈਅ ਕਰਨਾ ਹੈ ਭਾਈ, ਉਹਦੇ ਵਿੱਚ ਤੂੰ ਰਹਿ ਗ੍ਰਸਤੀ, ਪਰਿਵਾਰ ਵਿੱਚ ਰਹਿ, ਕੁਟੁੰਬ ਵਿੱਚ ਰਹਿ, ਪਰ ਗੁਰੂ ਦਾ ਦੱਸਿਆ ਨਿਯਮ ਤੈਨੂੰ ਫੋਲੋ ਕਰਨਾ ਪਏ। ਰਹੀ ਪਰਿਵਾਰ ਵਿੱਚ, ਪਰ ਤੈਨੂੰ ਪਰਿਵਾਰਕ ਤੌਰ ਤੇ ਵੀ ਧਰਮੀ ਹੋਣਾ, ਤਾਂ ਪਾਤਸ਼ਾਹ ਨੇ ਬਚਨ ਕਹੇ ਫਿਰ ਗ੍ਰਸਤ ਵੀ ਤੇਰਾ ਧਰਮ ਬਣ ਜਾਏਗਾ। ਗੁਰਮਤਿ ਦੇ ਅੰਦਰ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਖੁਦ ਗ੍ਰਸਤੀ ਨਹੀਂ ਹੋਏ, ਪਰ ਸਤਿਗੁਰ ਦੇ ਘਰ ਦਾ ਉਪਦੇਸ਼ ਦੇ ਕੇ ਕਿਹਾ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਨਹੀਂ ਤੇ ਸਾਧ ਸੰਗਤ ਜਿਹੋ ਜਿਹਾ ਬੰਦਾ ਆਪ ਹੁੰਦਾ ਉਹਦੀ ਵਡਿਆਈ ਕਰਦਾ, ਨਹੀਂ ਵੇ ਸਾਡਾ ਰਸਤਾ ਵਧੀਆ। ਪਰ ਭਾਈ ਗੁਰਦਾਸ ਸਾਹਿਬ ਗ੍ਰਸਤੀ ਨਹੀਂ, ਫਿਰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਸਿਧਾਂਤ ਨੂੰ ਉੱਪਰ ਰੱਖਿਆ। ਇਹ ਗੱਲ ਕਹੀ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ, ਔਰ ਪਾਤਸ਼ਾਹ ਨੇ ਕਿਹਾ ਗ੍ਰਸਤੀ ਰਹਿ, ਆਪਣੇ ਪਰਿਵਾਰ ਦੇ ਪ੍ਰਤੀ ਇਮਾਨਦਾਰ ਰਹੀ, ਗ੍ਰਸਤੀ ਹੋ, ਕਿਸੇ ਦਾ ਹੱਕ ਨਾ ਮਾਰੀ, ਤੇਰੇ ਬੱਚੇ ਕਦੇ ਭੁੱਖੇ ਨਹੀਂ ਮਰਨਗੇ। ਕਿਸੇ ਦਾ ਕਾਰੋਬਾਰ ਵੇਖ ਕੇ ਈਰਖਾ ਨਾ ਕਰੀ, ਤੇਰਾ ਕਾਰੋਬਾਰ ਕੋਈ ਨਹੀਂ ਰੋਕ ਸਕਦਾ। ਜਾਂ ਕਿਸੇ ਨਾਲ ਵੈਰ ਨਾ ਕਰ, ਤੂੰ ਸਦਾ ਹੀ ਸੁਖੀ ਰਹੇਗਾ। ਪਾਤਸ਼ਾਹ ਦੀ ਬਾਣੀ ਦਾ ਬਚਨ ਤੁਸੀਂ ਰੋਜ਼ ਸੁਣਦੇ ਰਹਿੰਦੇ ਹੋ। ਹਜ਼ੂਰ ਨੇ ਕਿਹਾ ਮਨ 'ਚ ਕਿਸੇ ਦਾ ਬੁਰਾ ਨਾ ਚਿਤਵੀਂ। ਲੈ ਇਹ ਤੋਂ ਸੌਖਾ ਹੋਰ ਰਸਤਾ ਕੀ ਹੋ ਸਕਦਾ? ਮਨ ਵਿੱਚ ਕਿਸੇ ਦਾ ਬੁਰਾ ਨਾ ਚਿਤਵ, ਤੇਰਾ ਬੁਰਾ ਹੋਏ ਨਹੀਂ ਸਕਦਾ, ਤੈਨੂੰ ਗੁਰੂ ਨੇ ਲਿਖ ਕੇ ਦਿੱਤਾ।
ਸਹਿਬ ਕਹਿਣਗੇ ਪਰ ਕਾ ਬੁਰਾ ਨਾ ਰੱਖੋ ਚੀਤ। ਪੜੋ ਤੁਹਾਨੂੰ ਯਾਦ ਰਹੇਗਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਭਾਈ ਮਿੱਤਰਾ ਤੈਨੂੰ ਕੋਈ ਦੁੱਖ ਨਹੀਂ ਹੋਏਗਾ। ਹਾਂ, ਮਨ ਵਿੱਚ ਇੱਛਾ ਰੱਖਣੀ ਮਾੜੀ ਨਹੀਂ ਕਿ ਨਾਲ ਦੀ ਜ਼ਮੀਨ ਮਿਲ ਜਾਏ, ਪਰ ਇਹ ਅਰਦਾਸ ਨਾ ਕਰੀ ਉਹ ਦੁਖੀ ਹੋ ਕੇ ਤੈਨੂੰ ਵੇਚ ਜਾਏ। ਜੇ ਤੇਰੇ ਭਾਗਾਂ ਜੋ ਹੀ ਮਹਾਰਾਜ ਨੇ ਦੇਣਾ ਹੋਇਆ ਮਿਲ ਜਾਏਗਾ ਤਾਂ ਵੀ ਠੀਕ ਹੈ, ਨਾ ਮਿਲਿਆ ਤਾਂ ਵੀ ਠੀਕ ਹੈ। ਇਸ ਤਰੀਕੇ ਨਾਲ ਗ੍ਰਸਤੀ ਬੰਦਾ ਗੁਰੂ ਤੇ ਆਸ ਰੱਖ ਕੇ ਤੁਰਦਾ। ਇੱਕ ਹੁਣ ਨੁਕਤਾ ਹੋਰ ਧਿਆਨ ਨਾਲ ਸੁਣਿਓ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬੜੀ ਕਿਰਪਾ ਕੀਤੀ ਹੈ। ਇੱਕ ਸ਼ਬਦ ਵਿੱਚ ਹਜ਼ੂਰ ਨੇ ਬਚਨ ਕਹੇ, ਕਿਸੇ ਨੂੰ ਮਾਣ ਹੋ ਸਕਦਾ ਹੈ ਕਿ ਉਹ ਬੰਦਾ ਵਿਦਿਆਧਾਰੀ ਹੈ, ਉਹਨੂੰ ਗਿਆਨ ਬਹੁਤ ਆਉਂਦਾ ਹੈ, ਉਹਨੇ ਬੜੇ ਸ਼ਾਸਤਰ ਪੜ੍ਹੇ ਨੇ, ਬੜੇ ਵੇਦ ਪੜ੍ਹੇ ਨੇ, ਉਹਨੂੰ ਹਰ ਤਰ੍ਹਾਂ ਦਾ ਗਿਆਨ ਆਉਂਦਾ ਹੈ। ਕਿਸੇ ਨੂੰ ਮਾਣ ਹੋ ਸਕਦਾ ਹੈ, ਕਿਉਂਕਿ ਗਿਆਨ ਰੱਬ ਦੇ ਨੇੜੇ ਲੈ ਕੇ ਜਾਂਦਾ ਹੈ। ਕਿਸੇ ਨੂੰ ਇਸ ਗੱਲ ਦਾ ਮਾਣ ਹੋ ਸਕਦਾ ਹੈ ਕਿ ਮੈਂ ਬਹੁਤ ਗਹਿਰਾ ਧਿਆਨ ਲਾ ਲੈਂਦਾ ਤੇ ਮੈਨੂੰ ਈੜਾ ਪਿੰਗਲਾ ਸੁਖਮਣਾ ਇਹਦੇ ਵਿੱਚੋਂ ਮੇਰੀ ਸੁਰਤ ਲੰਘ ਜਾਂਦੀ ਹੈ ਦਸਮ ਦੁਆਰ ਵੱਲ। ਇਹ ਬਹੁਤ ਗਹਿਰਾ ਗਿਆਨ ਹੈ। ਜਿਹੜਾ ਕੋਈ ਇਸ ਦੀ ਗੱਲ ਕਰਦਾ ਹੈ, ਸਾਧ ਸੰਗਤ ਉਹਦੀ ਨਿੰਦਿਆ ਨਹੀਂ, ਪਰ ਗੁਰਸਿੱਖ ਨੂੰ ਪਾਤਸ਼ਾਹ ਨੇ ਬੜਾ ਸਰਲ ਰਸਤਾ ਦਿੱਤਾ ਹੈ। ਨਾਮ ਜਪਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ ਤੇਰੇ ਰਸਤੇ ਵਿੱਚ ਦਸਮ ਦੁਆਰ ਆ ਜਾਏ, ਠੀਕ ਹੈ, ਮੁਬਾਰਕ ਹੈ। ਨਾ ਆਵੇ ਤਾਂ ਇਸ ਤਰ੍ਹਾਂ ਨਾ ਭਰਮ ਕਰੀ ਵੀ ਤੂੰ ਦਸਮ ਦੁਆਰ ਚੋਂ ਨਹੀਂ ਲੰਘਿਆ, ਰੱਬ ਨਹੀਂ ਮਿਲਣਾ। ਜਿਹੜਾ ਉਸ ਤਰੀਕੇ ਨਾਲ ਚੱਲਦਾ ਠੀਕ ਹੈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਿਸੇ ਨੂੰ ਯੋਗ ਦਾ ਮਾਣ ਹੋ ਸਕਦਾ ਹੈ ਕਿ ਉਹ ਬਹੁਤ ਯੋਗ ਸਾਧਨਾ ਕਰਦਾ ਹੈ। ਮਹਾਰਾਜ ਫਿਰ ਅਸੀਂ ਕੀ ਕਹਿਣਾ? ਨਾ ਸਾਡੀ ਯੋਗ ਸਾਧਨਾ, ਨਾ ਸਾਡੇ ਕੋਲ ਵੈਦਿਕ ਗ੍ਰੰਥਾਂ ਦਾ ਕੋਈ ਗਿਆਨ, ਨਾ ਸਾਨੂੰ ਕੋਈ ਵੈਦ ਸ਼ਸਤਰ ਵੇਦ ਸ਼ਸਤਰ ਯਾਦ ਨੇ। ਮਹਾਰਾਜ ਫਿਰ ਅਸੀਂ ਗ੍ਰਸਤੀਆਂ ਨੇ ਕੀ ਕਹਿਣਾ? ਹੁਣ ਸੁਣਿਓ ਸਾਡੇ ਵਾਸਤੇ। ਗੁਰੂ ਰਾਮਦਾਸ ਮਹਾਰਾਜ ਜੀ ਨੇ ਗੌੜੀ ਰਾਗ ਅੰਦਰ ਬਚਨ ਕਿਹਾ, ਸਹਿਬ ਕਹਿੰਦੇ ਕਿ ਨਹੀਂ ਕੋਈ ਸੰਸਾਰ ਅੰਦਰ ਬੰਦਾ ਹੋ ਸਕਦਾ ਕਿ ਉਹ ਪੰਡਤ ਹੋਵੇ, ਬਹੁਤ ਗਿਆਨਵਾਨ ਹੋਵੇ। ਪੰਡਤ ਸ਼ਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ। ਕਹਿੰਦੇ ਕਿਸੇ ਨੂੰ ਮਾਣ ਹੋਵੇ ਉਹ ਬਹੁਤ ਬੰਦਾ ਵਿਦਵਾਨ ਹੈ, ਪੰਡਤ ਹੈ। ਕਿਸੇ ਨੂੰ ਹੋਵੇ ਉਹ ਜੋਗ ਮਾਦੀਆਂ ਬੜੀਆਂ ਧਾਰਾਵਾਂ ਜਾਣਦਾ। ਕਹਿੰਦੇ ਭਾਈ ਗ੍ਰਸਤੀ ਬੰਦਾ ਜਿਹੜਾ ਉਹ ਤਾਂ ਅਰਦਾਸ ਕਰੇ ਕਿ ਮੈਂ ਮੂਰਖ ਹਰ ਹਰ ਜਪ ਪੜਿਆ। ਹੇ ਅਕਾਲ ਪੁਰਖ ਵਾਹਿਗੁਰੂ, ਮੈਨੂੰ ਮੂਰਖ ਨੂੰ ਤਾਂ ਵਾਹਿਗੁਰੂ ਕਹਿਣ ਤੋਂ ਸਿਵਾਏ ਕੁਝ ਨਹੀਂ ਆਉਂਦਾ। ਮੈਂ ਤਾਂ ਮੂਰਖ ਹਾਂ, ਇੰਨਾ ਹੀ ਕਹਿ ਸਕਦਾ ਸਤਨਾਮ ਸ੍ਰੀ ਵਾਹਿਗੁਰੂ, ਮੈਨੂੰ ਇਹ ਤੋਂ ਸਿਵਾਏ ਨਹੀਂ ਕੁਝ ਆਉਂਦਾ। ਮੈਂ ਮੂਰਖ ਹਰ ਹਰ ਜਪ ਪੜਿਆ। ਅੱਗੇ ਸਾਹਿਬ ਨੇ ਪੰਕਤੀ ਕਹੀ, ਸੰਨਿਆਸੀ ਵਿਭੂਤ ਲਾਏ ਦੇ ਸਵਾਰੀ। ਸੰਨਿਆਸੀ ਸਰੀਰ ਸਾਧਨਾ ਹੋਵੇ, ਸਰੀਰ ਤੇ ਵਿਭੂਤ ਸੁਆਹ ਮਲਦਾ ਹੋਵੇ, ਕਈ ਤਰ੍ਹਾਂ ਦੇ ਤਿਲਕ ਲਾ ਕੇ ਉਹਨੇ ਸਾਧਨਾ ਕੀਤੀ ਹੋਵੇ ਕਈ ਘੰਟਿਆਂ ਦੀ। ਸੰਨਿਆਸੀ ਵਿਭੂਤ ਲਾਏ ਦੇ ਸਵਾਰੀ, ਪਰ ਤਿਆਗ ਕਰੇ ਬ੍ਰਹਮਚਾਰੀ। ਕੋਈ ਬੰਦਾ ਬ੍ਰਹਮਚਰਜੀ ਹੋਵੇ, ਉਹ ਕਵੇ ਮੈਂ ਬਈ ਆਚਰਣ ਦਾ ਬਹੁਤ ਪੱਕਾ, ਮੈਂ ਬ੍ਰਹਮਚਰਜ ਵਿੱਚ ਪੱਕ ਗਿਆ, ਮੈਂ ਆਹ ਨਿਯਮ ਇੰਨਿਆਂ ਸਾਲਾਂ ਤੋਂ ਕੀਤੇ ਨੇ, ਤੇ ਪਾਤਸ਼ਾਹ ਉਹਨਾਂ ਦੇ ਬਰਾਬਰ ਤਾਂ ਸਾਡਾ ਧਰਮ ਦਾ ਕਰਮ ਹੀ ਨਹੀਂ ਕੋਈ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਕਹਿੰਦੇ ਉਹ ਗ੍ਰਸਤੀ ਬੰਦਿਆ ਤੂੰ ਇੰਨਾ ਕਹਿ ਦਿਆ ਕਰ। ਮਹਾਰਾਜ ਕੀ ਕਹਿਣਾ ਹੈ? ਸੰਨਿਆਸੀ ਵਿਭੂਤ ਲਾਏ ਦੇ ਸਵਾਰੀ, ਪਰ ਤਿਆਗ ਕਰੀ ਬ੍ਰਹਮਚਾਰੀ। ਮੈਂ ਮੂਰਖ ਹਰ ਆਸ ਤੁਮਾਰੀ। ਮੈਨੂੰ ਤਾਂ ਮੂਰਖ ਨੂੰ ਸਤਿਗੁਰੂ ਤੇਰੀ ਆਸ ਹੈ, ਮੇਰਾ ਨਹੀਂ ਕੋਈ ਹੋਰ ਕਰਮ। ਮੈਂ ਤੇ ਉੱਠ ਕੇ ਮੱਥਾ ਟੇਕਦਾ, ਉਹਦੇ ਵਿੱਚ ਵੀ ਨਿਯਮ ਪੱਕਾ ਨਹੀਂ। ਮੈਂ ਤੇ ਉੱਠ ਕੇ ਤੁਹਾਡੀਆਂ ਦਿੱਤੀਆਂ ਬਾਣੀਆਂ ਦਾ ਪਾਠ ਕਰਦਾ, ਉਹਦੇ ਵਿੱਚ ਵੀ ਨਿਯਮ ਪੱਕਾ ਨਹੀਂ, ਉਹਦੇ ਵਿੱਚ ਵੀ ਇੱਧਰ ਉੱਧਰ ਹੋ ਜਾਈਦਾ। ਪਾਤਸ਼ਾਹ ਨੇ ਕਿਹਾ ਤੂੰ ਗ੍ਰਸਤੀ ਹੈ, ਅਰਦਾਸ ਕਰ ਲਿਆ ਕਰ, ਇੰਨਾ ਕੰਮ ਕਰ ਲਿਆ ਕਰ। ਜਦੋਂ ਸੁੱਖ ਹੋਵੇ ਉਦੋਂ ਵੀ ਵਾਹਿਗੁਰੂ ਕਹੇ, ਦੁੱਖ ਵੇਲੇ ਉਹ ਤੇਰੇ ਨਾਲ ਰਹਿਣ ਲੱਗ ਜਾਏਗਾ। ਹੇ ਭਾਈ ਤੂੰ ਗੁਰੂ ਦੇ ਅੱਗੇ ਆ ਕੇ ਅਰਦਾਸ ਕਰਿਆ ਕਰ। ਸਭ ਤੋਂ ਵੱਡੀ ਸ਼ਕਤੀ ਤੇ ਸਭ ਤੋਂ ਵੱਡੀ ਭਗਤੀ ਇੱਕੋ ਚੀਜ਼ ਹੈ, ਅਰਦਾਸ।
ਅੱਜ ਦਾ ਜਿਹੜਾ ਹਜ਼ੂਰ ਨੇ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਸਾਹਿਬ ਨੇ ਕਿਰਪਾ ਕੀਤੀ, ਦਾਸ ਦੇ ਜਿੰਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਹਿੰਦੇ, ਜਿੰਨੇ ਵੀ ਬਿੰਗ ਬਲ ਸਨ, ਔਗਣ ਸਨ, ਸਭ ਕੁਝ ਅਕਾਲ ਪੁਰਖ ਰੱਬ ਨੇ, ਗੁਰੂ ਨੇ ਦੂਰ ਕਰ ਦਿੱਤੇ। ਕੀਤੇ ਕਾਹਦੇ ਨਾਲ? ਕਿਰਪਾ ਕਰਕੇ। ਕਿਰਪਾ ਕਿਹਦੇ ਤੇ ਹੁੰਦੀ? ਜਿਹੜਾ ਅਰਦਾਸ ਕਰੇ ਗੁਰੂ ਅੱਗੇ। ਕਿਰਪਾ ਦਾ ਪਾਤਰ ਉਹ ਹੈ ਜਿਹਨੂੰ ਕਿਸੇ ਕਰਮ ਦਾ ਹੰਕਾਰ ਨਾ ਹੋਵੇ। ਜੇ ਕਰਮ ਦਾ ਹੰਕਾਰ ਹੈ, ਕਿਰਪਾ ਦੇ ਪਾਤਰ ਬਣ ਹੀ ਨਹੀਂ ਸਕਦੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਅਰਦਾਸ ਕਰਨੀ ਪੈਗੀ, ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਕਈ ਵਾਰ ਇਹ ਕਥਾ ਆਪਾਂ ਅੱਗੇ ਵੀ ਸਾਂਝੀ ਕੀਤੀ। ਇੱਕ ਸੱਜਣ ਬੜੀ ਵੱਡੀ ਕੋਠੀ ਬਣਾ ਰਿਹਾ ਸੀ, ਸਵੇਰ ਤੋਂ ਸ਼ਾਮ ਤੱਕ ਦਿਹਾੜੀਦਾਰ ਲਾਏ ਨੇ। ਜਦੋਂ 5 ਵਜਦੇ ਨੇ, ਉਹ ਦਿਹਾੜੀ ਪੂਰੀ ਕਰਕੇ ਹੱਥ ਮੂੰਹ ਧੋਂਦੇ ਨੇ, ਉੱਥੇ ਹੀ ਸਾਜੋ ਸਮਾਨ ਰੱਖ ਦਿੰਦੇ ਨੇ, ਵੱਠਲ ਕਈਆਂ ਤਲਸਲੇ ਸਭ ਕੁਝ ਰੱਖ ਕੇ ਹੱਥ ਮੂੰਹ ਧੋਤੇ। ਤੇ ਜਿਹੜਾ ਦਿਹਾੜੀਦਾਰ ਹੈ ਨਾ, ਉਹ ਹੱਥ ਮੂੰਹ ਧੋ ਕੇ ਬਾਹਾਂ ਟੰਗ ਕੇ ਕਲਰ ਥੋੜਾ ਜਿਹਾ ਉੱਚਾ ਕਰਕੇ ਸਰਦਾਰ ਦੇ ਸਾਹਮਣੇ ਆ ਕੇ ਮਾਲਕ ਦੇ ਕਹਿੰਦਾ, ਸਰਦਾਰ ਸਾਹਿਬ ਪੈਸੇ ਦਿਓ ਦਿਹਾੜੀ ਦੇ। ਉਹਦੇ ਮੰਗਣ ਵਿੱਚ ਥੋੜੀ ਜਿਹੀ ਆਕੜ ਹੈ। ਪਤਾ ਕਿਉਂ? ਉਹਨੇ ਦਿਹਾੜੀ ਲਾਈ ਹੈ ਬਈ। ਉਹ ਕਹਿੰਦਾ ਕੋਈ ਭੀਖ ਥੋੜੀ ਮੰਗ ਰਿਹਾ, ਮੈਂ ਦਿਹਾੜੀ ਲਾਈ ਹੈ, ਆਪਣਾ ਹੱਕ ਲੈਣਾ। ਜਦੋਂ ਕੋਈ ਹੱਕ ਦੀ ਇਸ ਤਰ੍ਹਾਂ ਗੱਲ ਕਰਦਾ, ਕਲਰ ਟੰਗੇ ਹੋਏ, ਬਾਹਾਂ ਟੰਗੀਆਂ ਹੋਈਆਂ, ਪੈਸੇ ਦਿਓ ਸਰਦਾਰ ਸਾਹਿਬ। ਤੇ ਸਰਦਾਰ ਦੀ ਦਿਹਾੜੀ ਦੇ ਪੈਸੇ ਵੰਡਦੇ। ਇੱਕ ਦਿਨ ਬੜੀ ਅਨੋਖੀ ਗੱਲ ਹੋਈ। ਜਦੋਂ ਉਹ ਦਿਹਾੜੀਦਾਰਾਂ ਨੂੰ 500 ਰੁਪਈਆ ਦਿਹਾੜੀ ਦੇ ਪੈਸੇ ਦੇ ਰਿਹਾ ਸੀ, ਕਹਿੰਦੇ ਅਚਾਨਕ ਇੱਕ ਮੰਗਣ ਵਾਲਾ ਬੰਦਾ ਆ ਗਿਆ। ਉਹ ਬੰਦਾ ਬੜਾ ਲੋੜਵੰਦ ਹੈ, ਉਹਦਾ ਚਿਹਰਾ ਦੱਸਦਾ ਇਹਨੂੰ ਲੋੜ ਹੈ। ਉਹਦੀ ਜ਼ੁਬਾਨ ਤੇ ਬੋਲ ਦੱਸ ਰਹੇ ਸਨ ਇਹ ਲੋੜਵੰਦ ਹੈ। ਉਹਦੀ ਗਰਦਨ ਥੋੜੀ ਝੁਕੀ ਹੋਈ ਸੀ, ਉਹਦੇ ਸ਼ਬਦ ਥੋੜੇ ਨਿਵੇ ਹੋਏ ਸਨ, ਅੱਖਾਂ ਨੀਵੀਆਂ ਸਨ, ਥੋੜਾ ਜਿਹਾ ਅੱਖਾਂ ਤਰ ਸਨ। ਤੇ ਉਹ ਲੋੜਵੰਦ ਹੱਥ ਜੋੜ ਕੇ ਕਹਿੰਦਾ, ਸਰਦਾਰ ਸਾਹਿਬ ਬੜਾ ਵੱਡਾ ਮਹਲ ਬਣਾ ਰਹੇ ਹੋ, ਮੈਨੂੰ ਥੋੜੀ ਜਿਹੀ ਲੋੜ ਹੈ, ਮੇਰੀ ਮਦਦ ਕਰ ਦਿਓ। ਤੇ ਸਰਦਾਰ ਦੇ ਮਨ 'ਚ ਦਇਆ ਆਈ। ਉਹਨੇ ਕਿਹਾ, ਕਿੰਨੇ ਪੈਸੇ ਚਾਹੀਦੇ ਹੋ? ਕਿੰਨੇ ਪੈਸੇ ਚਾਹੀਦੇ ਹੋ? ਉਹ ਹੱਥ ਜੋੜ ਕਹਿੰਦਾ, ਜੀ ਪੈਸੇ ਤਾਂ 1000 ਰੁਪਏ ਦੀ ਜ਼ਰੂਰਤ ਹੈ, ਪਰ ਮੈਂ ਤੁਹਾਤੋਂ ਸਾਰੇ ਨਹੀਂ ਮੰਗਾਂਗਾ, 500 ਦੇ ਦਿਓ, 5 ਕਿਤੇ ਹੋਰੋਂ ਲੈ ਲਾਂਗਾ, ਮੇਰਾ ਗੁਜ਼ਾਰਾ ਹੋ ਜਾਣਾ। ਸਰਦਾਰ ਨੇ 500 ਦੇ 2 ਕੱਢ ਕੇ ਨੋਟ ਉਹਦੇ ਹੱਥ ਤੇ ਰੱਖ ਕੇ ਕਿਹਾ, ਜੇ 500 ਮੇਤੋਂ ਲੈਣਾ, ਕਿਸੇ ਹੋਰ ਤੋਂ ਕਿਉਂ ਮੰਗਣਾ? ਆਹ ਫੜ 1000 ਰੁਪਈਆ, ਕਿਸੇ ਹੋਰ ਕੋਲੋਂ ਨਾ ਮੰਗੀ, ਜਾ ਆਪਣਾ ਕੰਮ ਸਾਰ। ਤੇ ਜਦੋਂ 1000 ਰੁਪਈਆ ਲੈ ਕੇ ਉਹ ਤੁਰਨ ਲੱਗਾ ਨਾ, ਇੱਕ ਦਿਹਾੜੀਦਾਰ ਕਹਿੰਦਾ, ਸਰਦਾਰ ਸਾਹਿਬ ਅਸੀਂ ਸਾਰਾ ਦਿਨ ਸਿਰ ਤੇ ਮਿੱਟੀ ਢੋਈ ਹੈ, ਸਾਰਾ ਦਿਨ ਸਿਰ ਤੇ ਭਾਰ ਚੁੱਕਿਆ, ਦਿਹਾੜੀ ਲਾਈ ਹੈ, 8 ਘੰਟੇ ਕੰਮ ਕੀਤਾ, ਤਾਂ 500 ਰੁਪਈਆ ਮਿਲਿਆ। ਇਹਨੇ 2 ਪਲ ਵਿੱਚ ਮਾੜੇ ਜਿਹੇ ਹੱਥ ਜੋੜੇ, ਤੁਸੀਂ 1000 ਵੀ ਦੇ ਦਿੱਤਾ। ਤੇ ਸਰਦਾਰ ਨੇ ਗੱਲ ਬੜੀ ਕਮਾਲ ਦੀ ਕਹੀ, ਕਹਿੰਦੇ, ਸੱਜਣਾ ਤੂੰ ਦਿਹਾੜੀਦਾਰ ਹੈ, ਤੂੰ ਦਿਹਾੜੀ ਲਾ ਕੇ ਮੰਗਿਆ, ਤੇਰੇ ਮੰਗਣ ਵਿੱਚ ਥੋੜੀ ਆਕੜ ਵੀ ਹੈ, ਤੇਰਾ ਕਲਰ ਵੀ ਟੰਗਿਆ ਹੋਇਆ, ਬਾਹਾਂ ਟੰਗੀ, ਤੂੰ ਆਪਣਾ ਹੱਕ ਅਧਿਕਾਰ ਮੰਗ ਰਿਹਾ, ਤੂੰ ਦਿਹਾੜੀ ਲਾਈ ਹੈ। ਉਹ ਬੰਦਾ ਦਿਹਾੜੀ ਲਾਉਣ ਦੇ ਯੋਗ ਨਹੀਂ, ਉਹ ਮਜਬੂਰ ਤੇ ਲੋੜਵੰਦ ਹੈ, ਉਹਦੀ ਲੋੜ 1000 ਦੀ ਹੈ, ਕਿਸੇ ਹੋਰ ਥਾਂ ਤੇ ਕਿਉਂ ਜਾਣ ਦੇਵਾਂ? ਕੀ ਪਤਾ ਕੋਈ ਦਵੇ ਨਾ ਦਵੇ, ਮੈਨੂੰ ਰੱਬ ਨੇ ਦਿੱਤੇ ਨੇ, ਮੈਂ ਫਿਰ 5 ਦੀ ਬਜਾਏ 1000 ਦੇਤਾ, ਉਹਦੀ ਲੋੜ ਤਾਂ ਪੂਰੀ ਹੋ ਗਈ, ਉਹ ਲੋੜਵੰਦ ਹੈ। ਇਹ ਚੀਜ਼ ਯਾਦ ਰੱਖਿਓ ਸਾਧ ਸੰਗਤ। ਜਿਹੜਾ ਬੰਦਾ ਜਿਹੜਾ ਦਿਹਾੜੀ ਲਾ ਕੇ ਕਹਿੰਦਾ, ਮੈਂ ਰੋਜ਼ ਨਿਤਨੇਮ ਕਰਦਾ, ਮਹਾਰਾਜ ਮੇਰੀ ਅਰਦਾਸ ਸੁਣੋ, ਮੈਂ ਰੋਜ਼ ਇੰਨੀ ਸੇਵਾ ਕਰਦਾ, ਮੇਰੀ ਤਾਂ ਸੁਣਨੀ ਚਾਹੀਦੀ, ਗੁਰੂ ਸੁਣ ਲੈਂਦਾ, ਪਰ ਉਨਾ ਕੁ ਦਿੰਦਾ ਜਿੰਨਾ ਕੁ ਤੁਹਾਡਾ ਬਣਦਾ। ਜੇ ਚਾਹੁੰਦੇ ਹੋ ਗੁਰੂ ਖਜ਼ਾਨਾ ਭਰਦਾ, ਜੇ ਚਾਹੁੰਦੇ ਹੋ ਦਾਤੇ ਦੇ ਕੋਲ ਮੰਗ ਕੇ ਕਿਸੇ ਹੋਰ ਕੋਲੋਂ ਮੰਗਣਾ ਨਾ ਪਵੇ, ਫਿਰ ਸਿੱਖਾਂ ਹੱਥ ਜੋੜ ਕੇ ਲੋੜ ਬੰਦ ਹੋ ਕੇ ਮੰਗੀ। ਇਹ ਸੱਚ ਹੈ, ਗੁਰੂ ਤੈਨੂੰ ਇੰਨਾ ਕੁਝ ਦੇ ਦੇਗਾ, ਕਿਸੇ ਕੋਲੋਂ ਮੰਗਣ ਦੀ ਲੋੜ ਹੀ ਨਹੀਂ ਪਏਗੀ। ਪਰ ਇਹਦੇ ਵਿੱਚ ਖਿਆਲ ਰੱਖੀ, ਸਿੱਖਾ ਤੂੰ ਦਿਹਾੜੀਦਾਰ ਵੀ ਬਣਨਾ, ਰੋਜ਼ ਉੱਠ ਕੇ ਜਪਜੀ ਸਾਹਿਬ ਦੀ ਦਿਹਾੜੀ ਲਾ, ਤੈਨੂੰ ਜਪਜੀ ਸਾਹਿਬ ਪੜ੍ਹਨਾ ਪੈਣਾ, ਬਾਣੀ ਵੀ ਪੜ੍ਹੀ, ਪਰ ਪੜ੍ਹ ਕੇ ਕਿਤੇ ਦਿਹਾੜੀਦਾਰ ਦੀ ਤਰ੍ਹਾਂ ਹੰਕਾਰ ਵਿੱਚ ਨਾ ਮੰਗੀ, ਨਿਮਰਤਾ ਵਿੱਚ ਝੁਕ ਕੇ ਕਹੀ, अरदास करके कहीं हम मैले तुम उज्जल करते, पढ़ो हम मैले तुम उज्जल, हम निर्गुण तू दाता, हम मूर्ख तुम चतुर सियाने, तू सर्व कला का ज्ञाता। महाराज तेरे अगे कादा मान, तू ते सब को जानना है। माधो हम ऐसे तू ऐसा,
हम पापी तुम पाप खंडन, निको ठाकुर देसा। तुम सब साजे साज निवाजे, जियो पिंड दे प्राना। निर्गुण आरे गुण नहीं कोई, तुम दान दियो मेहरबाना। असी कादा मान करिए, कोई गुण है ही नहीं साडे। इसलिए महाराज दान मंगण आए, झोली भर दियो। ये पंक्ति चित जोड़ के कहो, निर्गुण आरे गुण नहीं कोई, निर्गुण आरे गुण नहीं कोई, निर्गुण आरे। वाह, निर्गुण आरे गुण नहीं कोई, निर्गुण आरे गुण नहीं कोई, निर्गुण आरे गुण नहीं कोई, निर्गुण आरे गुण नहीं कोई। ये मंगना महाराज, तुम सब साजे साज निवाजे, जियो पिंड दे प्राना। निर्गुण आरे गुण नहीं कोई, तुम दान देओ मेहरबाना। अगली पंक्ति बड़ी प्यारी है, तुम निधान, तेरे खजाने भरे ने दाता। तुम निधान अटल सुल्तान। दुनिया दे राजे अटल नहीं है। अज कोई सुल्तान है, कल नूं कंगाल भी हो सकता है। कदे हिंदुस्तान दा बादशाह शाहजहां हिंदुस्तान दे तख्तां ते बहिंदा रहा, ओदी हयाती विच ही साध संगत ओनू जेल दे अंदर भुखा ते प्यासा मरना पिया, राजा नहीं रहा। पर मेरा दाता धन गुरु रामदास साहब, तुम निधान अटल सुल्तान, जी जंत सब जंचै, कहो नानक हमें है हवाला, राख संतन के पाछे। बड़ी कमाल दी गल है। अरदास करके सिखा कह, पातशाह साडा तां आही हाल है मंगतियां दा, किरपा करो राख संतन के पाछे दा अर्थ पता की है? किसे जपन वाले दे मगर सानू भी नगा दिओ। तुसीं कई वार किसी दुकानदार कोलों लोड़ जानकार बंदे कोलों सौदा लैण जांदे हो ना, जे कोई रियायत करनी होवे ना, रियायत कराउणी होवे, ਉਹਨੂੰ ਆਪਾਂ कई वार कहीदा चल किसी होर कोलों तू रोज़ कमाउणा ही है, एक तो ना कमाया फिर की है, रोज़ पैसा ही कमाउंदे हो। बंदा जदों किसी दी मदद करके छड़ाउंदा है, वो कहना कोई नहीं सारिਆਂ कोलों प्रॉफिट लैंदे ही हो, एक कोलों ना लिया फिर की है, छड़ दिओ। ये गल गुरु नूं कहनी, पातशाह तुसीं जपण वालिਆਂ ਨੂੰ पार लगाउंदे हो, उन्हां दे पिछे सानू भी एक लगा दो। तुम निधान अटल सुल्तान, जी जन सब जंचै, कहो नानक हम ही है हवाला, राख संतन के पाछे। महाराज साडा तां इहो हाल है, तुसीं किसी जपण वाले साधु दे मगर सानू भी नगा दिओ। एक नाल एक नगा दिंदे ने कई वार। अज सतगुर सच्चे पातशाह ने वचन कहे, जदों कोई ऐ अरदास करदा है, फिर वो गुरु अकाल पुरख रब जिहड़ा वो किरपा धार के सब विंग बल औगण दोख सब दूर कर दिंदा है। सच्चे पातशाह ने वचन कहे, ਉਹਦੇ फिर सारे विंग बल औगण पाप गुरु दूर कर देना। अज भगत रविदास जी का जन्म दिहाड़ा है। समुचे सिख जगत के अंदर श्रद्धा भावना नाल लोग मना रहे हैं। 40 शब्द गुरु ग्रंथ साहिब जी की बाणी विच उन्हां दे दर्ज ने, और भगत कबीर साहब के सलोकां विच एक सलोक दर्ज है। इक्को ही सलोक विच 40 शब्दां दा तत्त कढ के लोकां दे सामने रखिया। ये गल कई दुनिया के लोगों, मैं एक गल सच कहन लगा, जो गल्लां 40 शब्दां च कहियां वो भी सच है, पर सलोक विच दोहरा के कहा मैं सच कह रहा। पता क्यों? जिहड़ी गल बहुत कीमती होवे ਉਹਨੂੰ कहना पैंदा भी आ मैं सच कह रहा, ध्यान नाल सुनो। जिवें श्री गुरु गोबिंद सिंह महाराज जी ने वचन कहना, साच कहूँ सुन लिहो सभै, जिन प्रेम कियो तिन ही प्रभ आयो। भगत रविदास जियां दे 40 शब्दों तो इलावा एक सलोक है, ਉਹਦੇ ਵਿੱਚ ਕਹਿੰਦੇ हर सो हीरा छड़ के, रब वर्गे नाम हीरे नूं छड़ के।
करें आन की आस, किसी होर दी आस करे। ये गल याद रखी, मैं सच कह रहा। ते नर वो बंदे दोजक जाहेंगे, नरक विच पैणगे, सत भख है रविदास। ये गल रविदास सच कह रहा। साध संगत, भगतां ने पहला रब दे अगे अपने आप नूं इन्नी निर्माणता विच लै गए, ते जिदन रब ने चुक के गल नाल ला लिया ना, उदन दुनिया नूं कहण लग पे, दुनिया दे लोको हुण रब विच ते मेरे विच फर्क नहीं रहा। ਉਹਨੇ ਪਤਿਤ ਨੂੰ ਪਾਵਨ ਕਰ ਦਿੱਤਾ ਹੈ। ਜਿਵੇਂ ਸੋਨਾ ਤੇ ਸੋਨੇ ਦੇ ਕੜੇ ਵਿੱਚ ਕੀ ਫਰਕ ਹੈ। ਉਹ ਬਣਿਆ ਹੋਇਆ ਕੰਗਣ, ਉਹਦਾ ਆਕਾਰ ਕਿਸੇ ਨੇ ਬਣਾ ਦਿੱਤਾ, ਹੈ ਤੇ ਸੋਨਾ ਹੀ ਹੈ ਨਾ। ਕਿਸੇ ਸੋਨੇ ਦਾ ਕੰਗਣ ਬਣ ਜਾਏ, ਹੈ ਤੇ ਸੋਨਾ ਹੀ ਹੈ। ਉਹਨੂੰ ਆਕਾਰ ਬਣਾ ਦਿੱਤਾ ਹੈ। ਜਦੋਂ ਭਗਤ ਜਪ ਜਪ ਕੇ ਰੱਬ ਸਮਾ ਗਏ, ਉਹਨੇ ਫਿਰ ਰੱਬ ਨੂੰ ਸਿੱਧੀ ਗੱਲ ਕਹੀ। ਸ੍ਰੀ ਰਾਗ ਪਹਿਲਾ ਸ਼ਬਦ ਭਗਤ ਰਵਿਦਾਸ ਜੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜੋ ਪੈ ਹਮ ਨਾ ਪਾਪ ਕਰੰਤਾ, ਇਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ। ਪਰ ਇਹ ਤੋਂ ਪਹਿਲਾਂ ਇੱਕ ਗੱਲ ਰੱਬ ਨੂੰ ਕਹੀ ਕਿ ਤੁਮ ਚੰਦਨ ਹਮ ਅਰਿੰਡ ਵਾਪਰੇ। ਰੱਬ ਜੀ ਤੇਰਾ ਨਾਮ ਹੈ ਚੰਦਨ, ਅਸੀਂ ਆ ਅਰਿੰਡ। ਅਰਿੰਡ ਤਾਂ ਕਿਸੇ ਕੰਮ ਨਹੀਂ ਆਉਂਦਾ, ਕੌੜਾ ਹੈ। तुम चंदन हम रिंड वापरे, संग तुम्हारे वसा। पर कमाल दी गल, नीच रूख ते ऊच भये है, गंध सुगंध ने वसा। चंदन दी ये वडियाई है, वो रिंड विच भी खुशबू भर दिंदा है, रिंड दी भी कीमत पै जांदी है। तुम चंदन हम रिंड वापरे, संग तुम्हारे वसा। नीच रूख ते ऊच भये हैं, गंध सुगंध ने वसा। माधो सत संगत शरण तुम्हारी, हम औगण तुम उपकारी। तुम मखतूल सफेद सपैयल, हम बपरे जस कीरा। सत संगत मिल रही है माधो जैसे मधु मखीरा। तू रेशम का कपड़ा, असी तो रेशम के अंदर एक कीड़े की न्याई है। ते रब नूं ये गल कही कि जाती ओशा पाती ओशा। लोगों की नज़र विच मेरी जात भी नीवी है, ते जिन्हों लोक नीवा कहण, वो भावें किन्ना भी सियाणा होवे, लोगों की नज़र विच साध संगत उहदी अकल नूं भी लोग बहुता नहीं समझते। माफ़ी दिओ, भगत कबीर साहब ने बचन कहे, निरधन आदर कोई ना दे। किन्ना भी सियाणा बंदा होवे, पर निरधन ते गरीब होवे, उहदी सियाणप नूं कोई सियाणा नहीं मनना। ते बंदा भूरा सियाणा ना होवे, ਲੱਖਾਂ ਕਰੋੜਾਂ ਦੀ ਪਿੰਡ ਵਿੱਚ ਜਾਇਦਾਦ ਹੋਵੇ, ਪਿੰਡ ਵਾਲੇ ਕਹਿੰਦੇ ਉਹਨੂੰ ਜ਼ਰੂਰ ਸੱਦੋ ਮੀਟਿੰਗ ਵਿੱਚ। ਕਿਉਂ? ਉਹ ਤੋਂ ਪੈਸੇ ਜੂ ਲੈਣੇ ਆ, ਸਲਾਹ ਭਾਵੇਂ ਨਾ ਉਹਦੀ ਕੰਮ ਦੀ ਹੋਵੇ, ਉਹਨੂੰ ਸੱਦਣਗੇ। ਉਹ ਬੰਦਾ ਪਹੁੰਚ ਰੱਖਦਾ ਬਈ। ਰੱਬ ਨੂੰ ਇਹ ਗੱਲ ਕਹੀ, ਜਾਤੀ ਓਸ਼ਾ ਪਾਤੀ ਓਸ਼ਾ, ਓਸ਼ਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵਨਾ ਕਿੰਨੀ ਕਹਿ ਰਵਿਦਾਸ ਚਮਾਰਾ। ਜਦੋਂ ਇੰਨੀ ਨਿਮਰਤਾ ਵਿੱਚ ਆ ਗਏ, फिर एक दिन रब ने अपने नाल जोड़ लिया। उहियो भगत फिर रब नूं प्यार च कहंदा है, हम सर दीन दयाल ना तुम सर। हे अकाल पुरख रब जी, तेरे बराबर दयालु नहीं कोई हो सकता। अपति यार क्या कीजै, बचनी तोर मोर मन मानै। जन को पूरन दीजै, हो बल बल जाओ रमैया कारने। कारण कबल बोल, रब जी किहड़ी गल्लों मेरे नाल बोलदे नहीं। जिहदे नाल बहुत प्यार होवे ना, ना बोले, उहनूं पुछना पैंदा क्यों नहीं बोलदा बई, कोई गलती हो गई। कारण कबल बोल, बहुत जन्म बिशरे थे, माधोए जन्म तुम्हारे लेखे। कह रविदास आस लग जीवो, चिर प्यो दर्शन देखे। वो रब दे प्यारे फिर रब वर्गे हो गए। भाई गुरदास साहब ने हवाला दिता है, मैं उन्होंने पौड़ी का सहारा लवांगा। जिथे कंशी विच किरत की ना रविदास जी ने, एक चीज़ गुरु नानक साहब महाराज के घर का सिद्धांत रहा है। और साध संगत उन्होंने भगतों की बाणी, उन्होंने गुरु ग्रंथ साहब महाराज विच विराजमान किया, जिन्होंने पहला वो सिद्धांत ते कम किया जिहड़ा गुरु नानक साहब महाराज का सिद्धांत है। ਜਿਹੜਾ ਸਿਧਾਂਤ ਘਾਲ ਖਾਏ ਕਿ ਛੱਥੋਂ ਦੇਹ ਵਾਲਾ, ਉਹ ਭਗਤਾਂ ਨੇ ਪਹਿਲਾਂ ਨਿਭਾਇਆ ਤੇ ਗੁਰੂ ਨੇ ਆਪਣੇ ਬਰਾਬਰ ਫਿਰ ਵਿਰਾਜਮਾਨ ਕੀਤਾ। ਆਪਣੇ ਵਿੱਚ ਤੇ ਗੁਰੂ ਨੇ ਉਹਨਾਂ ਵਿੱਚ ਭੇਦ ਨਹੀਂ ਰੱਖਿਆ, ਆਪਣੇ ਬਰਾਬਰ ਗੁਰੂ ਨੇ ਆਪਣੇ ਕੋਲ ਬਿਠਾਏ, ਆਪਣੇ ਬਰਾਬਰ ਬਿਠਾ ਲਿਆ। ਸਾਧ ਸੰਗਤ ਹੈ, ਕਿਉਂਕਿ ਸਿਧਾਂਤ ਉਹ ਸੀ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ। ਕਿਵੇਂ?
10 ਨੋਹਾਂ ਦੀ ਕਿਰਤ ਕਰਦੇ ਨੇ, ਜੋੜੇ ਗੰਢਦੇ ਨੇ। ਜੋੜੇ ਗੰਢਣ ਲੱਗ ਪਏ ਤੇ ਭਾਈ ਗੁਰਦਾਸ ਸਾਹਿਬ ਲਿਖਦੇ, ਗੰਗਾ ਦੇ ਤੱਟ ਉੱਤੇ ਅਭੀਚ ਦਾ ਮੇਲਾ ਲੱਗਾ, ਜਿਹਨੂੰ ਕੁੰਭ ਦਾ ਮੇਲਾ ਕਹਿੰਦੇ। ਦੂਰੋਂ ਦੂਰੋਂ ਲੋਕ ਆਉਂਦੇ। ਬਨਾਰਸ ਤੇ ਕੰਚੀ ਦੇ ਪੰਡਤਾਂ ਦਾ ਇੱਕ ਟੋਲਾ ਇਕੱਠਾ ਹੋ ਕੇ ਗਿਆ, ਪੁੰਨ ਦਾਨ ਕਰਾਂਗੇ, ਇਸ਼ਨਾਨ ਕਰਾਂਗੇ, ਲੋਕਾਂ ਦੀ ਪੂਜਾ ਕਰਾਵਾਂਗੇ। ਜਦੋਂ ਉਹ ਪੰਡਤਾਂ ਦਾ ਸੰਗ ਇਕੱਠਾ ਹੋ ਕੇ ਬਾਹਮਣ ਗਏ ਨਾ ਗੰਗਾ ਵੱਲ, ਤੇ ਰਸਤੇ ਵਿੱਚ ਜਾਂਦਿਆਂ ਇੱਕ ਪੰਡਤ ਦੇ ਪੈਰ ਦਾ ਜੋੜਾ ਟੁੱਟ ਗਿਆ। ਨਾਲ ਦੇ ਨੇ ਕਿਹਾ, ਚੱਲ ਕੋਈ ਨਹੀਂ, ਰਸਤੇ ਵਿੱਚ ਉਹ ਰਵਿਦਾਸ ਨਹੀਂ ਹੈ ਜੋੜੇ ਗੰਢਣ ਵਾਲਾ, ਉਹਦੀ ਕੁੱਲੀ ਆਉਂਦੀ, ਉਹ ਤੋਂ ਕਢਾ ਲਾਂਗੇ। ਜਦੋਂ ਉਹਦੀ ਕੁੱਲੀ ਕੋਲ ਕਢਾਉਣ ਗਏ, 10 ਫੁੱਟ ਦੂਰ ਖਲੋ ਕੇ ਜੋੜਾ ਹੱਥ ਨਾਲ ਪਰਾਂ ਕੋਲ ਸੁੱਟਿਆ। ਕਿਉਂ ਕੋਲ ਨਹੀਂ ਗਏ? ਪਿੱਟੇ ਨਾ ਜਾਈਏ, ਆ ਜੋੜਾ ਗੰਢ ਦਿਓ। ਰਵਿਦਾਸ ਜੀਆਂ ਬੜੇ ਅਦਬ ਨਾਲ ਜੋੜਾ ਗੰਢ ਦਿੱਤਾ। ਜਦੋਂ ਵਾਪਸ ਦਿੱਤਾ ਤੇ ਪੰਡਤ ਪੁੱਛਦਾ, ਪੈਸੇ ਕਿੰਨੇ? ਰਵਿਦਾਸ ਜੀਆਂ ਨੇ ਕਿਹਾ, ਰੱਬ ਵਾਲਿਓ, ਮੈਂ ਰੱਬ ਵਾਲੇ ਪਿਆਰਿਆਂ ਤੋਂ ਪੈਸੇ ਨਹੀਂ ਜੇ ਲੈਂਦਾ। ਤੁਸੀਂ ਰੱਬ ਦਾ ਨਾਮ ਪੂਜਾ ਪਾਠ ਕਰਨ ਵਾਲੇ ਹੋ, ਤੁਹਾਡੇ ਕੋਲੋਂ ਪੈਸਾ ਨਹੀਂ ਲੈਣਾ। ਇੱਕ ਮੇਰਾ ਕੰਮ ਕਰ ਦਿਓ ਜੇ ਕਰ ਸਕਦੇ ਹੋ। ਦੱਸੋ। ਇੱਕ ਮਹਿਲਾ ਜਿਹਾ ਕਸੀਰਾ, ਉਸ ਵਕਤ ਦੀ ਮੋਹਰ ਪੈਸਾ ਜਿਹੜਾ ਸੀ, ਇੱਕ ਪੈਸਾ ਕੱਢ ਕੇ ਕਸੀਰਾ ਪੰਡਤ ਵੱਲ ਦਿੱਤਾ। ਆ ਮੇਰੀ ਵੀ ਭੇਟਾ ਗੰਗਾ ਨੂੰ ਦੇ ਦਿਓ। ਤੇ ਸਾਧ ਸੰਗਤ ਉਹ ਪੈਸਾ ਵੇਖ ਕੇ ਪੰਡਤ ਹੱਸਣ ਲੱਗ ਪਏ। ਇਹ ਇੱਕ ਪੈਸਾ ਕਸੀਰਾ, ਇਹ ਗੰਗਾ ਨੂੰ ਭੇਟ ਦੇਣਾ। ਪਹਿਲਾਂ ਪੰਡਤ ਨੇ ਗੰਗਾ ਜਲ ਦਾ ਛੱਟਾ ਦਿੱਤਾ ਉਹਨੂੰ, ਫਿਰ ਕੋਲ ਲੈ ਲਿਆ। ਜਦੋਂ ਰਵਿਦਾਸ ਜੀਆਂ ਪੈਸਾ ਦਿੱਤਾ ਉਹ ਕਸੀਰਾ, ਤੇ ਨਾਲ ਕਿਹਾ ਭਗਤ ਰਵਿਦਾਸ ਜੀ ਨੇ, ਕਹਿੰਦੇ ਪੰਡਤ ਜੀ ਮੇਰੀ ਨਾ 10 ਨੋਹਾਂ ਦੀ ਕਿਰਤ ਹੈ, ਕਈ ਵਾਰ ਕਈ ਦਿਨ ਇੱਕ ਪੈਸਾ ਨਹੀਂ ਜੇ ਬਣਦਾ, ਕਈਆਂ ਦਿਨਾਂ ਬਾਅਦ ਕਈ ਵਾਰ ਇੱਕ ਅੱਧ ਪੈਸਾ ਜੁੜਦਾ ਹੈ। ਇਹ ਮੇਰੀ 10 ਨੋਹਾਂ ਦੀ ਕਿਰਤ ਹੈ, ਐਵੇਂ ਪਾਣੀ 'ਚ ਸੁੱਟ ਕੇ ਨਾ ਆ ਜਿਓ। ਗੰਗਾ ਨੂੰ ਭੇਂਟ ਤੁਸੀਂ ਵੀ ਸੋਨਾ ਪੈਸਾ ਕਰ ਦਿਓ, ਮੇਰਾ ਪੈਸਾ ਤਾਂ ਦਿਓ ਜੇ ਉਹ ਹਾਜ਼ਰ ਹੋ ਕੇ ਲਵੇ, ਐਵੇਂ ਨਾ ਸੁੱਟ ਆਇਓ, ਨਹੀਂ ਤੇ ਵਾਪਸ ਦੇ ਦਿਓ। ਕਸੀਰਾ ਲੈ ਕੇ ਪੰਡਤਾਂ ਦਾ ਸੰਗ ਤੁਰ ਪਿਆ, ਆਪਸ ਵਿੱਚ ਮਖੌਲ ਕਰਕੇ ਹੱਸਦੇ ਨੇ। ਲੋਕਾਂ ਦਾ ਸੋਨਾ ਨਹੀਂ ਲੈਂਦੀ ਗੰਗਾ, ਇਹਦਾ ਕਸੀਰਾ ਕਿੱਥੋਂ ਲੈ ਲੈਂਗੇ? ਪਰ ਚਲੋ ਉਹਨੇ ਜੋੜਾ ਗੰਢਿਆ, ਉਹਦਾ ਕੰਮ ਕਰਨਾ ਪਏਗਾ। ਅੱਜ ਵੀ ਜਦੋਂ ਤੁਸੀਂ ਲਖਨਊ ਤੋਂ ਕਾਨਪੁਰ ਜਾਂ ਹਰਿਦੁਆਰ ਲੰਘਦੇ ਹੋ, ਗੰਗਾ ਜਿੱਥੋਂ ਜਿੱਥੋਂ ਲੰਘਦੀ ਹੈ, ਲੋਕ ਸਾਧ ਸੰਗਤ ਗੱਡੀਆਂ 'ਚੋਂ ਰੁਕ ਕੇ ਉਤਰ ਕੇ ਪੈਸੇ ਵਿੱਚ ਸੁੱਟਦੇ ਨੇ। ਅੱਜ ਵੀ ਇਸ ਤਰ੍ਹਾਂ ਹੁੰਦਾ ਹੈ। ਜਦੋਂ ਪੰਡਤਾਂ ਦਾ ਸੰਗ ਚਲਾ ਗਿਆ, ਜਾ ਕੇ ਪੂਜਾ ਪਾਠ ਇਸ਼ਨਾਨ ਦਾਨ ਜੋ ਕਰਨਾ ਸੀ ਉਹਨਾਂ ਕੀਤਾ। ਸਾਰਾ ਦਿਨ ਪੰਡਤ ਪੂਜਾ ਕਰਾਉਂਦੇ ਰਹੇ। ਜਦੋਂ ਉਹ ਵਾਪਸ ਤੁਰਨ ਲੱਗੇ ਨਾ, ਜਿਹੜੇ ਪੰਡਤ ਨੂੰ ਫੜਾਇਆ ਸੀ ਨਾਲ ਦੇ ਨੇ ਚੇਤਾ ਕਰਾਤਾ, ਉੱਥੋਂ ਲੰਘਣਾ, ਕਸੀਰਾ ਤਾਂ ਦੇ ਦੇ ਗੰਗਾ ਨੂੰ, ਭੇਂਟ ਚੜਾ ਦੇ। ਉਹਨੇ ਕਿਹਾ ਰਵਿਦਾਸ ਨੇ ਕਿਹਾ ਸੀ ਕਿ ਗੰਗਾ ਪ੍ਰਗਟ ਹੋ ਕੇ ਲਵੇ, ਫਿਰ ਮੈਂ ਦਵਾਂ। ਕੋਲ ਖਲੋ ਕੇ ਝੂਠਾ ਜਿਹਾ ਕਿਹਾ, ਐ ਗੰਗਾ ਮਾਈ, ਸਾਡਾ ਤਾਂ ਕਦੇ ਕੋਈ ਪੈਸਾ ਕੋਈ ਸੋਨਾ ਤੂੰ ਦਾਨ ਲਿਆ ਨਹੀਂ ਪ੍ਰਗਟ ਹੋ ਕੇ। ਆਹ ਇੱਕ ਜੋੜੇ ਗੰਢਣ ਵਾਲਾ ਕੋਈ ਭਗਤ ਹੈ ਰਵਿਦਾਸ, ਉਹਨੇ ਪੈਸਾ ਘੱਲਿਆ ਤੇ ਕਿਹਾ ਜੇ ਪ੍ਰਗਟ ਹੋ ਕੇ ਲਵੇ। ਇੰਨੀ ਗੱਲ ਕਹਿਣ ਦੀ ਦੇਰ ਹੈਰਾਨੀ ਦਾ ਹੱਦ ਨਾ ਰਹੀ। ਕਹਿੰਦੇ ਨੇ ਉਹ ਗੰਗਾ ਚੋਂ ਰੱਬ ਨੂੰ ਪ੍ਰਗਟ ਹੋ ਕੇ ਭੇਟਾ ਲੈਣੀ ਪਈ। ਹੁਣ ਇਹ ਗੱਲ ਮੈਂ ਭਾਈ ਗੁਰਦਾਸ ਸਾਹਿਬ ਦੀ ਪੌੜੀ ਕਵਾਂਗਾ, ਨਹੀਂ ਤਾਂ ਕਈਆਂ ਨੂੰ ਤਰਕ ਪੈਦਾ ਹੋ ਜਾਣਾ। ਭਾਈ ਗੁਰਦਾਸ ਸਾਹਿਬ ਲਿਖਦੇ ਕਿ ਭਗਤ ਭਗਤ ਜਗ ਬੱਜਿਆ, 4 ਚੱਕਾਂ ਵਿੱਚ ਵਡਿਆਈ ਹੋ ਗਈ ਰਵਿਦਾਸ ਦੀ। ਭਗਤ ਭਗਤ ਜਗ ਬੱਜਿਆ, 4 ਚੱਕਾਂ ਦੇ ਵਿੱਚ ਚਮਰਿਟਾ, ਪਾਣਾ ਗੰਢੇ ਰਾਹ ਵਿੱਚ, ਕੁਲਾ ਢੋਏ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਤੇ ਜਦੋਂ ਉਹ ਪੰਡਤਾਂ ਦਾ ਸੰਗ ਆਇਆ ਨਾ, ਬਾਨਾਰਸ ਗੰਗਾ ਦੀ ਥਿੱਟਾ, ਉਹ ਗੰਗਾ ਦੇ ਥਾਂ ਤੇ ਇਸ਼ਨਾਨ ਕਰਨ ਆਏ ਤੇ ਰਵਿਦਾਸ ਜੀਆਂ ਨੇ ਇੱਕ ਆਪਣਾ ਕਸੀਰਾ ਦਿੱਤਾ। ਲਿਆ ਕਸੀਰਾ, ਉਹ ਭਗਤ ਰਵਿਦਾਸ ਜੀ ਦਾ ਇੱਕ ਕਸੀਰਾ ਲੈ ਕੇ ਪੰਡਤ ਚਲੇ ਗਏ। ਤੇ ਜਦੋਂ ਗੰਗਾ ਦੇ ਕੰਢੇ ਜਾ ਕੇ ਆਵਾਜ਼ ਦਿੱਤੀ, ਭਾਈ ਗੁਰਦਾਸ ਸਾਹਿਬ ਲਿਖਦੇ, ਲਿਆ ਕਸੀਰਾ ਹੱਥ ਕੱਢ, ਰਵਿਦਾਸੈ ਗੰਗਾ ਦੀ ਭੇਟਾ। ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉ ਤਾਣਾ ਪੇਟਾ। ਭਗਤ ਜਨਾ ਹਰ ਮਾਂ ਪਿਓ ਬੇਟਾ। ਰੱਬ ਨੇ ਵਡਿਆਈ ਕਰਨੀ ਸੀ ਕਿਰਤ ਦੀ, ਕਿ ਧਰਮ ਦੀ ਕਿਰਤ ਹੈ, ਪ੍ਰਗਟ ਹੋ ਕੇ ਲੈਣਾ ਪਿਆ। ਰੌਲਾ ਪੈ ਗਿਆ, ਰਵਿਦਾਸ ਦਾ ਕਸੀਰਾ ਹੱਥ ਕੱਢ ਕੇ ਲੈ ਲਿਆ। ਇਹ ਗੁਰਮਤਿ ਦਾ ਸਿਧਾਂਤ ਰਿਹਾ। ਜਿਹੜੀ